ਸਤਿ ਸ਼੍ਰੀ ਅਕਾਲ ਮਿੱਤਰੋ, ਮੈਂ ਸਾਹਿਲ ਅਰੋੜਾ ਐਮਡਬਲਯੂ ਨਿਊਜ਼ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਅੱਜ ਕੱਲ੍ਹ ਭਾਖੜਾ ਨਹਿਰ परियोजना ਦੇ ਚੋਣ ਲਗਾਤਾਰ ਹੋ ਰਹੇ ਹੈ। 2-4 ਦਿਨ ਛੱਡ ਕੇ ਚੁਣਾਵ ਹੁੰਦੇ, ਉਹਨਾਂ ਦੇ ਰਿਜ਼ਲਟ ਵੀ ਆਉਂਦੇ ਹੈ। ਇਸੇ ਕ੍ਰਮ 'ਚ ਸਾਡੀ ਟੀਮ ਪਹੁੰਚੀ ਜਲ ਉਪਯੋਗਤਾ ਸੰਗਮ BK 125 ਤੋਂ ਅਧਿਕਸ਼ ਪਦ ਦੇ ਉਮੀਦਵਾਰ ਸੁਖਵੰਦਰ ਸਿੰਘ ਨੰਬਰਦਾਰ ਉਰਫ ਨਾਰ ਸਿੰਘ ਨੰਬਰਦਾਰ ਤੇ ਉਹਨਾਂ ਦੇ ਪੁੱਤਰ ਹਰਕਰਨ ਸਿੰਘ ਨੰਬਰਦਾਰ ਕੋਲ। ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਵੀ ਉਹਨਾਂ ਦੇ ਸੰਗਮ 'ਚ ਕਿਹੜੇ ਚੱਕ ਆਉਂਦੇ ਹੈ, ਕੀ ਉਹਨਾਂ ਦੀ ਚੱਕਾਂ ਦੀ ਸਮੱਸਿਆ ਹੈ, ਕਿਹੜੇ ਮੁੱਦੇ ਲੈ ਕੇ ਉਸ ਚੁਣਾਵ 'ਚ ਉਤਰੇ, ਕੀ ਅਪੀਲ ਕਰਨਾ ਚਾਹੁੰਦੇ ਆਪਦੇ ਵੋਟਰਾਂ ਨੂੰ। ਸਭ ਤੋਂ ਪਹਿਲਾਂ ਤਾਂ ਹਰਕਰਨ ਜੀ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪੱਤਰਕਾਰ ਸਾਹਿਬ, ਮੇਰਾ ਨਾਮ ਹਰਕਰਨ ਸਿੰਘ ਸਨ ਆਫ ਸ਼੍ਰੀ ਸੁਖਵੰਦਰ ਸਿੰਘ ਨੰਬਰਦਾਰ ਜੀ। ਹਾਂਜੀ, ਅਸੀਂ ਸੰਗਮ 125 ਦੇ ਵਿੱਚੋਂ ਚੁਣਾਵ ਲੜ ਰਹੇ ਹਾਂ। ਮੇਰੇ ਪਾਪਾ ਜੀ ਸੁਖਵੰਦਰ ਸਿੰਘ ਨੰਬਰਦਾਰ, ਜਿਹਦੇ ਵਿੱਚ 3 ਮੋਗੇ ਆਉਂਦੇ ਆ, 13 BGS, 14 BGS ਤੇ 15 BGS। ਹਾਂਜੀ, ਇਸ 3 ਮੋਗਾਂ ਤੋਂ ਅਸੀਂ ਚੁਣਾਵ ਲੜ ਰਹੇ ਹਾਂ। ਤੇ ਇਸ ਜਿਹੜਾ ਸਾਡਾ ਚੁਣਾਵ ਲੜਨ ਦਾ ਮੇਨ ਮਕਸਦ ਕੀ ਹੈ? ਮੇਨ ਮਕਸਦ ਸਾਡਾ ਇਹ ਹੈ ਵੀ ਮੈਂ ਪਿਛਲੀ ਵਾਰ ਸਰਪੰਚੀ ਦਾ ਚੁਣਾਵ ਲੜਿਆ ਸੀਗਾ ਔਰ ਕੁਛ ਕੀ ਵੋਟਾਂ ਤੋਂ ਅਸੀਂ ਹਾਰ ਗਏ। ਉਹਦੇ ਵਿੱਚ ਮੇਰੀ ਪੰਚਾਇਤ ਪਾਕਸਰ ਪੰਚਾਇਤ ਦੇ ਵਿੱਚ ਸਾਡੇ 2 ਪਿੰਡ ਪੈਂਦੇ, ਦਲੀਆਂਵਾਲੀ ਔਰ ਪਾਕਸਰ, ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਉਸ ਸਹਿਯੋਗ ਦੇ ਚੱਲਦੇ ਹੀ ਸਾਨੂੰ ਦੋਨੇ ਹੀ ਪਿੰਡਾਂ ਦੇ ਵਿੱਚੋਂ ਉਹ ਸਾਡਾ ਇੱਕ ਤੀਜਾ ਪਿੰਡ ਸਾਡੇ ਨਾਲ ਲੱਗਦਾ ਹੈ ਅਚੜਕੀ, ਜੋ ਕਿ ਪੰਜਾਬ ਦੇ ਵਿੱਚ ਹੈ। ਉਹਨਾਂ ਲੋਕਾਂ ਦੀ ਵੀ ਜ਼ਮੀਨ ਸਾਡੇ 13 BGS, 14 ਤੇ 15 ਵਿੱਚ ਪੈਂਦੀ ਹੈ। ਉਹਨਾਂ ਨੇ ਵੀ ਇਹ ਰੁਝਾਨ ਕੀਤਾ ਵੀ ਮਗਰੀ ਵਾਲੇ ਸਰਪੰਚੀ ਦਾ ਚੁਣਾਵ ਹਾਰੇ ਹੈ, ਕਿਉਂ ਨਾ ਇਹਨਾਂ ਨੂੰ ਮੁੜ ਇੱਕ ਵਾਰੀ ਅਧਿਕਸ਼ ਬਣਾਇਆ ਜਾਵੇ। ਤਾਂ ਇਸ ਕਰਕੇ ਅਸੀਂ 125 ਤੋਂ ਮੇਰੇ ਫਾਦਰ ਸਾਹਿਬ ਜਿਹੜਾ ਇਹ ਚੁਣਾਵ ਲੜ ਰਹੇ ਹੈ, ਨਹਿਰੀ ਅਧਿਕਸ਼ੀ ਦਾ ਚੁਣਾਵ ਲੜ ਰਹੇ ਹੈ। ਠੀਕ। ਹਾਂਜੀ ਸਰ, ਤੁਸੀਂ ਹੁਣ ਡੋਰ ਟੂ ਡੋਰ ਸਰਵੇ ਕਰੀ ਜਾਂਦੇ ਹੋ ਜੀ ਸਰ। ਰੋਜ਼ ਜਨ ਪ੍ਰਚਾਰ ਤੁਹਾਡਾ ਚੱਲੀ ਜਾਂਦਾ। ਤੁਸੀਂ ਲੋਕਾਂ ਦੇ ਵਿੱਚ ਜਦੋਂ ਪਹਿਲੀ ਵਾਰੀ ਇਸ ਚੁਣਾਵ 'ਚ ਗਏ ਤੇ ਕਿਵੇਂ ਤੁਹਾਨੂੰ ਲੱਗਿਆ, ਲੋਕਾਂ ਦੇ ਵਿੱਚ ਰੁਝਾਨ ਕਿਵੇਂ ਲੱਗਿਆ? ਲੋਕਾਂ ਦਾ ਰੁਝਾਨ ਤਾਂ ਜੀ ਦੇਖੋ, ਮੇਰੇ ਫਾਦਰ ਸਾਹਿਬ ਪਿਛਲੇ 40 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਹੈ। ਉਹਨਾਂ ਨੇ ਜਿਹੜੀ ਆਪਦੀ ਜਵਾਨੀ ਤੋਂ ਲੈ ਕੇ ਅੱਜ ਉਹਨਾਂ ਦੀ 65 ਸਾਲ ਦੀ ਉਮਰ ਹੈ, ਉਹ ਪੂਰੀ ਦੀ ਪੂਰੀ ਇਸ ਸਾਡੇ BK 125 ਉੱਤੇ ਕੱਟੀ ਹੈ ਜੀ। ਇਹ ਹੁਣ ਹੀ 2-3 ਸਾਲਾਂ ਦੀ ਸਾਡੀ ਨਹਿਰ ਪੱਕੀ ਹੋਈ ਹੈ। ਇਸ ਤੋਂ ਪਹਿਲਾਂ ਸਾਡੀ ਨਹਿਰ ਕੱਚੀ ਸੀਗੀ। ਕੱਚੀ ਨਹਿਰ ਇੱਕ ਜਰਜਰ ਨਹਿਰ ਸੀਗੀ, ਕਿਉਂਕਿ ਅਸੀਂ ਟੇਲ ਤੇ ਬੈਠੇ ਹੋਏ ਹਾਂ ਔਰ ਅਖੀਰ ਦੇ ਵਿੱਚ ਸਾਡਾ ਇਹ ਭਾਖੜਾ ਖੇਤਰ ਬਿਲਕੁਲ ਅਖੀਰ ਦੇ ਵਿੱਚ ਰਹਿ ਜਾਂਦਾ ਹੈ, ਜਮਾਂ ਲਾਸਟ, ਯਾਨੀ ਕਿ ਭਾਖੜਾ ਖੇਤਰ ਖਤਮ ਹੁੰਦਾ ਤਾਂ ਸਾਡੇ ਇੱਥੇ ਪਾਕਸਰ ਜਾ ਕੇ ਹੁੰਦਾ ਹੈ। ਤਾਂ ਉਦੋਂ ਤੋਂ ਹੀ ਸਾਡੇ ਫਾਦਰ ਸਾਹਿਬ ਕੱਚੀ ਨਹਿਰ ਉੱਤੇ ਲੋਕਾਂ ਨੂੰ ਲੈ ਕੇ ਜਾਣਾ ਸੀਗਾ। ਪਹਿਲਾਂ ਪਿੰਡ ਵਿੱਚ ਹੋਕੇ ਮਾਰਦੇ ਸੀ, ਇਕੱਠੇ ਕਰਦੇ ਸੀ, ਫਿਰ ਟਰਾਲੀਆਂ ਉੱਤੇ ਪਾਣੀ ਦੀ ਵਿਵਸਥਾ ਕਰਕੇ ਲੈ ਕੇ ਆਉਂਦੇ ਸੀ। ਚਾਹ ਪਾਣੀ ਦੀ ਜੋ ਵੀ ਸਾਡੇ ਘਰ ਤੋਂ ਸਰਦਾ ਸੀ ਉਹ ਅਸੀਂ ਮਤਲਬ ਜੋ ਤਨ ਮਨ ਧਨ ਤੋਂ ਅਸੀਂ ਕਰਦੇ ਰਹੇ ਹਾਂ ਜੀ। ਨਹਿਰ ਦੇ ਉੱਤੇ ਚਲੇ ਗਏ ਹਾਂ ਔਰ ਟੱਕ ਕੱਢਿਆ, ਆਪਦਾ ਟੱਕ ਵੀ ਕੱਢਿਆ, ਬਕਾਇਦਾ ਇੱਕ ਸੇਵਾ ਵੀ ਦਿੱਤੀ ਹੈ। ਠੀਕ ਹੈ ਜੀ। ਮਤਲਬ ਕਿ ਤੁਹਾਡਾ ਪਰਿਵਾਰ ਪਿਛਲੇ ਐਨੀ ਵੀ ਅੱਜ ਤੋਂ ਚੁਣਾਵ ਤਾਂ ਦੇਖੋ ਜੀ ਹੁਣ ਆਏ ਤਾਂ ਚਲੋ ਹੋਣਗੇ 10 ਅਪ੍ਰੈਲ ਨੂੰ ਚੁਣਾਵ ਹੀ ਹੋ ਜਾਣਗੇ, ਪਰ ਤੁਹਾਡਾ ਪਰਿਵਾਰ ਪਿਛਲੇ 40 ਸਾਲਾਂ ਤੋਂ ਪੂਰਾ ਸੰਘਰਸ਼ ਕਰੀ। ਇਹ ਤਾਂ ਜੀ 5 ਸਾਲ ਪਹਿਲਾਂ ਸਾਡੇ ਅਧਿਕਸ਼ੀ ਚੁਣਾਵ ਹੋਏ ਸੀਗੇ। ਉਸ ਤੋਂ ਬਸ ਮੰਨ ਲਓ 5 ਸਾਲਾਂ ਦੇ ਵਿੱਚ ਫਿਰ ਵੀ ਜਦੋਂ ਨਹਿਰ ਪੱਕੀ ਹੋ ਰਹੀ ਸੀਗੀ ਤਾਂ ਪਿੰਡ ਦੇ ਵਿੱਚੋਂ ਫਾਦਰ ਸਾਹਿਬ ਵੀ ਆਪਣੇ ਕਿਸਾਨਾਂ ਨੂੰ ਲੈ ਕੇ ਜਾਂਦਾ ਸੀ ਵੀ ਉਸ ਥਾਂ ਤੇ ਮਾੜਾ ਕੰਮ ਚੱਲ ਰਿਹਾ ਜਾਂ ਉਸ ਥਾਂ ਤੇ। ਔਰ ਮੇਰੇ ਫਾਦਰ ਸਾਹਿਬ ਨੇ 13 BGS ਤੋਂ ਅੱਗੋਂ ਸਾਡੀ ਨਹਿਰ ਜਰਜਰ ਬਣਾਈ ਗਈ ਸੀ ਠੇਕੇਦਾਰ ਦੀ ਲਾਪਰਵਾਹੀ ਨਾਲ, ਔਰ ਉਹ ਅਸੀਂ ਉੱਚ ਅਧਿਕਾਰੀਆਂ ਨੂੰ ਸੱਦ ਕੇ ਉਸ ਨਹਿਰ ਨੂੰ 1.5 ਵਿਗੇ ਨਹਿਰ ਨੂੰ ਅਸੀਂ ਦੁਬਾਰਾ ਉਖਾੜ ਕੇ ਉਹਦੇ ਦੁਬਾਰਾ ਅਸੀਂ ਤਿਆਰ ਕਰਾਈ ਸੀ। ਪਾਪਾ ਜੀ ਨੇ ਕਰਾਈ ਸੀ। ਉਹ ਇੱਥੋਂ ਪਾਕਸਰ ਚੋਂ ਕਿਸਾਨਾਂ ਨੂੰ ਨਾਲ ਲੈ ਕੇ ਗਏ, ਕਿਸਾਨਾਂ ਨੂੰ ਜਾ ਕੇ ਦਿਖਾਇਆ ਵੀ ਇਹ ਨਹਿਰ ਆਪਣੀ ਗਲਤ ਬਣ ਗਈ ਔਰ ਇਹਦੇ ਵਿੱਚ ਉਹਨਾਂ ਨੇ ਮਟੀਰੀਅਲ ਘੱਟ ਲਾਇਆ। ਉਸ ਕਰਕੇ ਉਹ ਅਧਿਕਾਰੀਆਂ ਨੂੰ ਉੱਥੇ ਮੌਕੇ ਤੇ ਸੱਦਿਆ ਗਿਆ। ਅਧਿਕਾਰੀਆਂ ਨੇ ਖਾਮੀ ਪਾਈ ਗਈ ਨਹਿਰ ਵਿੱਚ ਤੇ ਅਧਿਕਾਰੀਆਂ ਨੇ ਤੁਰੰਤ ਪ੍ਰਭਾਵ ਤੋਂ ਉਸ ਨਹਿਰ ਨੂੰ ਠੇਕੇਦਾਰ ਤੋਂ ਹਟਵਾਇਆ ਔਰ ਠੇਕੇਦਾਰ ਨੂੰ ਡਾਂਟ ਵੀ ਮਾਰੀ ਔਰ ਉਹ ਦੁਬਾਰਾ ਉਹਦਾ ਜਿਹੜਾ ਪਟਵਾ ਕੇ ਦੁਬਾਰਾ ਨਹਿਰ ਨੂੰ ਤਿਆਰ ਕੀਤਾ। ਠੀਕ ਹੈ ਜੀ। ਤੇ ਦੇਖੋ ਸਰ, ਤੁਹਾਡਾ ਤੁਸੀਂ ਮੈਨੂੰ ਦੱਸਿਆ ਵੀ ਤੁਹਾਡੇ 3 ਚੱਕ ਆਉਂਦੇ ਇਹਦੇ BGS। ਹਾਂਜੀ। ਤੇ ਇਹਦੇ ਵਿੱਚ ਸਰ ਸਮੱਸਿਆ ਕਿਹੜੀਆਂ ਐਸੇ ਮੁੱਦੇ ਲੈ ਕੇ ਤੁਸੀਂ ਇਸ ਚੁਣਾਵ 'ਚ ਉਤਰੇ ਹੋ ਜੀ? ਦੇਖੋ ਜੀ, ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਸਾਡੀ, ਉਹ ਸਾਡੀ ਹੈਗੀ ਜੀ ਖਾਲਿਆਂ ਦੀ। ਠੀਕ ਹੈ। ਸਾਡੇ 13 BGS ਵਿੱਚ ਵੀ ਕੁਝ ਖਾਲਾ ਕੱਚਾ ਪਿਆ ਹੈ। 14 ਤੇ 15 BGS ਉੱਤੇ ਸਾਡੀ ਅੱਜ ਤੱਕ ਟੇਲ ਦੇ ਉੱਤੋਂ ਇੱਕ ਇੱਟ ਵੀ ਲੱਗੀ ਜੀ। ਅਗਰ ਕੋਈ ਬੰਦਾ ਕਹੇ ਨਾ ਵੀ 5 ਫੁੱਟ ਖਾਲਾ ਤਿਆਰ ਹੋਇਆ, 5 ਫੁੱਟ ਖਾਲਾ ਵੀ ਸਾਡਾ ਤਿਆਰ ਨਹੀਂਗਾ। ਹਾਂਜੀ, ਸਾਡੀ ਨਹਿਰ ਲਾਜ਼ਮੀ ਪੱਕੀ ਹੋ ਗਈ, ਪਰ 14 ਤੇ 15 BGS ਦੀ ਜੋ ਸ਼ਾਖਾ ਹੈ ਉਹਨਾਂ ਉੱਤੇ ਇੱਕ ਵੀ ਇੱਟ ਹੈ ਜੀ ਲੱਗੀ ਨਹੀਂ। ਔਰ ਜਿਹੜੇ ਨੱਕੇ ਬਣੇ ਆ ਨਾ ਜੀ, ਉਹ ਵੀ ਸਾਡੇ ਜ਼ਿਮੀਂਦਾਰ ਭਰਾਵਾਂ ਨੇ ਆਪਸੀ ਸਹਿਮਤੀ ਦੇ ਵਿੱਚ ਪੈਸਾ ਇਕੱਠਾ ਕਰਕੇ ਆਪਦੇ ਪੱਲਿਓਂ ਜਨ ਸਹਿਯੋਗ ਕਰਕੇ ਉਹ ਨੱਕੇ ਬਣਾਏ ਹੋਏ ਆ। ਔਰ ਸਾਨੂੰ ਅਜੇ ਤੱਕ ਇਹਦਾ ਕੋਈ ਨਹੀਂ ਹੈ। ਸਾਡਾ ਸਭ ਤੋਂ ਪਹਿਲਾ ਤੇ ਫਸਟ ਜਿਹੜਾ ਕੰਮ ਹੈਗਾ ਉਹ ਸਾਡਾ ਇਹ ਹੈ ਜੀ, ਟੇਲ ਤੋਂ ਲੈ ਕੇ
ਉਹ ਟੇਲ ਦੇ ਅਖੀਰ ਤੱਕ ਜਿਹੜੀ ਸ਼ਾਖ ਜਾਂਦੀ ਹੈ ਉਸ ਨੂੰ ਕੰਪਲੀਟ ਕਰਕੇ ਪੱਕਾ ਖਾਲਾ ਬਣਾ ਕੇ ਸਾਡੇ ਜਿਹੜੇ ਕਿਸਾਨ ਭਰਾ ਹੈ ਸਾਡੇ ਨਾਲ ਹੈ, ਜਿਹੜੇ ਅਸੀਂ ਖੁਦ ਇੱਕ ਜ਼ਿਮੀਂਦਾਰ ਹੈ, ਸਾਡੇ ਤਿੰਨੇ ਚੱਕਾਂ ਉੱਤੇ ਸਾਡੀ ਜ਼ਮੀਨ ਪੈਂਦੀ ਹੈ ਔਰ ਮੇਰੇ ਪੂਰੇ ਪਰਿਵਾਰ ਦੀ 14-15 ਦੀ ਜ਼ਮੀਨ ਪੈਂਦੀ ਹੈ। ਇਹ ਤਿੰਨੇ ਚੱਕਾਂ ਦੇ ਜਿੰਨੇ ਵੀ ਖਾਲੇ ਉਹਨਾਂ ਨੂੰ ਸਭ ਤੋਂ ਸਰਵਪ੍ਰਥਮ ਜਿਹੜਾ ਕੰਮ ਹੈ ਉਹ ਇਹ ਰਹੂਗਾ ਜੀ ਵੀ ਇਹ ਖਾਲੇ ਪੱਕੇ ਕਰਾ ਕੇ ਵਧੀਆ ਇਹਨਾਂ ਦੇ ਪਰਡੇ ਬਣਾ ਕੇ ਔਰ ਇਹਨਾਂ ਨੂੰ ਕਿਸਾਨਾਂ ਨੂੰ ਵੀ ਗੇੜਾ ਮਾਰਨ ਦੀ ਜਿਹੜੀ ਨੌਬਤ ਹੈ ਔਰ ਉਹ ਨਾ ਆਵੇ। ਇਸ ਟਾਈਮ ਜਿਹੜੀ ਨੌਬਤ ਸਭ ਤੋਂ ਵੱਡੀ ਇਹ ਹੈ ਜੀ, ਮੰਨ ਲਓ ਜੀ ਜਦੋਂ ਟੈਂਪਰੇਚਰ 50 ਡਿਗਰੀ ਹੁੰਦਾ ਹੈ ਉਦੋਂ ਵੀ ਕਿਸਾਨ ਨੂੰ ਆਪਦੀ ਅਗਰ 4 ਘੰਟੇ ਵਾਰੀ ਹੈ ਨਾ ਤੇ ਉਹ 4 ਘੰਟੇ ਵਾਰੀ ਦੇ ਵਿੱਚ ਉਹ 4 ਘੰਟੇ ਪਿੱਛੇ ਗੇੜੇ ਤੇ ਹੀ ਰਹਿੰਦਾ ਹੈ। ਕਿਸਾਨ ਸੰਤੁਸ਼ਟ ਨਹੀਂ ਸੀਗਾ ਆਪਦੇ ਕੰਮ ਤੋਂ ਵੀ ਮੈਂ ਖੇਤ ਜਾ ਕੇ ਕੰਮ ਕਰ ਲਾਂ, ਕਿਉਂਕਿ ਉਹਨੂੰ ਫਿਕਰ ਮਗਰ ਪਾਣੀ ਟੁੱਟਣ ਦਾ ਰਹਿੰਦਾ ਹੈ। ਔਰ ਜਦੋਂ ਸਿਆਲ ਦੀਆਂ ਰਾਤਾਂ ਹੁੰਦੀਆਂ ਜੀ, ਉਹ ਮਾਘ ਦੀਆਂ ਰਾਤਾਂ ਦੇ ਵਿੱਚ ਠੰਡ ਬਹੁਤ ਹੁੰਦੀ ਹੈ ਤੇ ਅਮੂਮਨ ਕਿਸਾਨ ਜਦੋਂ ਪਾਣੀ ਲਾਉਣ ਆਉਂਦੇ ਆ ਰਾਤ ਨੂੰ, ਅਗਰ ਇੱਕ ਕਿਸਾਨ ਦੇ ਇੱਕ ਮਰਬੇ ਦੀ ਪਾਣੀ ਦੀ ਵਾਰੀ ਹੈ ਨਾ ਤਾਂ ਉਹਨੂੰ 3 ਤੋਂ 4 ਬੰਦੇ ਕਰਨੇ ਪੈਂਦੇ ਆ। ਉਹਦੀ ਮਜਬੂਰੀ ਬਣਿਆ ਖੜਾ ਹੈ, ਕਿਉਂਕਿ ਪਾਣੀ ਟੁੱਟ ਗਿਆ ਤਾਂ ਜ਼ਿਮੀਂਦਾਰ ਦੀ ਵਾਰੀ ਗਈ, ਵਾਰੀ ਜਾਊਗੀ ਤਾਂ ਜ਼ਿਮੀਂਦਾਰ ਕੋਲ ਕੁਝ ਨਹੀਂ ਹੋਣਾ। ਤਾਂ ਸਾਡਾ ਸਭ ਤੋਂ ਪਹਿਲਾ ਜਿਹੜਾ ਮੋਢੀ ਕੰਮ ਇਹ ਹੋਊਗਾ ਵੀ ਟੇਲ ਤੋਂ ਲੈ ਕੇ ਔਰ ਸ਼ਾਖ ਦੇ ਅਖੀਰ ਤੱਕ ਪੱਕੇ ਖਾਲੇ ਬਣਾ ਕੇ ਕਿਸੇ ਦਾ ਕੋਈ ਵੈਰ ਵਿਰੋਧ ਨਹੀਂ ਰੱਖਣਾ। ਅਸੀਂ ਵਿੱਚੋਂ ਦੇ ਕੋਈ ਸਾਨੂੰ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮਤਦਾਤਾ ਹੈ, ਸਾਨੂੰ ਪੂਰਾ ਪਿੰਡ ਭਾਗਸਰ, ਪੂਰਾ ਪਿੰਡ ਦਲੀਆਂਵਾਲੀ ਔਰ ਪੂਰਾ ਪਿੰਡ ਝੜਕੀ ਸਾਨੂੰ ਵੋਟ ਪਾ ਰਿਹਾ ਜੀ, ਕਿਉਂਕਿ ਉਹਨਾਂ ਨੇ ਮੇਰੇ ਪਾਪਾ ਜੀ ਦੀ ਲਿਆਕਤ ਦੇਖੀ ਹੈ ਵੀ ਉਹ 40 ਸਾਲਾਂ ਤੋਂ 45 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਿਹਾ ਹੈ ਔਰ ਇਹੀ ਇੱਕ ਬੰਦਾ ਹੈ ਜੋ ਇਸ ਸਾਰੇ ਖਾਲਿਆਂ ਨੂੰ ਲੈ ਕੇ ਉੱਪਰ ਆਊਗਾ। ਇੱਕ 2018 ਦੇ ਵਿੱਚ ਅਸੀਂ ਨਰੇਗਾ ਦੇ ਥਰੂ 15 BGS ਦਾ 5 ਮਰਬੇ ਖਾਲਾ ਪਾਸ ਕਰਵਾਇਆ ਸੀਗਾ। ਉਸ ਖਾਲੇ ਨੂੰ ਸਾਡੇ ਮੌਕੇ ਦੇ ਜੋ ਸਰਪੰਚ ਸਾਹਿਬ ਹੈ ਉਹਨਾਂ ਕੋਲੇ ਅਸੀਂ ਗਏ ਵੀ ਸਾਡਾ 5 ਮਰਬੇ ਖਾਲਾ ਪਾਸ ਹੈ, ਨਰੇਗਾ ਵਿੱਚ ਸਾਡਾ ਇਹ ਬਣਾਇਆ ਜਾਵੇ। ਸਰਪੰਚ ਸਾਹਿਬ ਨੇ ਉਸ ਟਾਈਮ ਤੱਕ ਸਾਨੂੰ ਕਿਹਾ ਵੀ ਹਾਂ ਇਹਨਾਂ ਦਾ ਬਜਟ ਪਾਸ ਹੋ ਗਿਆ, ਅੱਜ ਕਰਾਉਣੇ ਆ, ਸਵੇਰੇ ਕਰਾਉਣੇ, ਅੱਜ ਕਰਾਉਣੇ। ਉਹ ਸਾਡਾ ਖਾਲਾ ਕੰਪਲੀਟ ਨਹੀਂ ਹੋਇਆ ਜੀ। ਉਸ ਖਾਲੇ ਨੂੰ ਅਖੀਰ ਦੇ ਵਿੱਚ ਆ ਕੇ 2020 ਜਾਂ 21 ਦੇ ਵਿੱਚ ਆ ਕੇ ਉਸ ਖਾਲਾ ਸਾਡਾ ਕੈਂਸਲ ਹੋ ਗਿਆ। ਉਹਦਾ ਜਿਹੜਾ ਬਜਟ ਹੈ ਉਹ ਪੁੱਠਾ ਸਰਕਾਰ ਕੋਲੇ ਜਾਂਦਾ ਰਿਹਾ, ਕਿਉਂਕਿ ਅਸੀਂ ਬਣਾ ਨਹੀਂ ਸਕੇ। ਔਰ ਉਸ ਦਾ ਸਭ ਤੋਂ ਵੱਡਾ ਜਿਹੜਾ ਲੋਸ ਹੈ ਉਹ 15 BGS ਦੇ ਲਾਸਟ ਵਾਲੇ ਕਿਸਾਨਾਂ ਨੂੰ, ਜਿਹੜਾ ਖਾਲ ਦੇ ਐਂਡ ਤੇ ਬੈਠੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਹੋਇਆ ਜੀ। ਕਿਉਂਕਿ ਤੁਸੀਂ ਪੱਤਰਕਾਰ ਸਾਹਿਬ 21ਵੀਂ ਸਦੀ ਦੇ ਵਿੱਚ ਤੁਸੀਂ ਦੇਖੋ ਵੀ ਅੱਜ ਵੀ ਸਾਡੇ ਖਾਲੇ ਪੁਰਾਣੇ ਕੱਚੇ ਤੇ ਜਰਜਰ ਹੈ। ਠੀਕ ਹੈ ਜੀ। ਇਹ ਹਾਂ, ਤੇ ਹੁਣ ਸਰ ਤੁਸੀਂ ਮਤਲਬ ਲਗਾਤਾਰ ਜਾਣ ਪ੍ਰਚਾਰ ਕਰ ਰਹੇ ਹੋ, ਤੁਹਾਡੇ ਸਾਹਿਬ ਮਤਲਬ ਕਿੰਨੇ ਕੈਂਡੀਡੇਟ ਹੈ ਤੁਹਾਡੇ ਇਸ BK 125 ਤੇ? ਇਹ ਸਾਡੇ BK 125 ਦੇ ਵਿੱਚ ਜੀ ਪਹਿਲਾਂ ਸ਼ੁਰੂ ਦੇ ਵਿੱਚ ਜਦੋਂ ਫਾਰਮ ਭਰਿਆ ਉਦੋਂ 5 ਫਾਰਮ ਭਰੇ ਗਏ ਸੀਗੇ। ਇੱਕ ਫਾਰਮ ਸਾਡੇ ਇਕਦਾਰ ਜੀ ਸੇਠ ਹੈ ਜਿਹੜੇ ਉਹਨਾਂ ਨੇ ਆਪਦਾ ਫਾਰਮ ਉਠਾ ਲਿਆ ਸੀਗਾ। ਉਸ ਤੋਂ ਬਾਅਦ ਸਾਡੇ 4 ਫਾਰਮ ਰਹਿ ਗਏ ਸੀਗੇ ਜੀ। 4 ਫਾਰਮਾਂ ਦੇ ਵਿੱਚੋਂ ਕੱਲ ਸਾਨੂੰ ਜਿਹੜੇ ਸਾਡਾ ਪੰਜਾਬ ਦੇ ਵਿੱਚ ਪਿੰਡ ਪੈਂਦਾ ਹੈ ਝੜਕੀ ਪਿੰਡ, ਉਸ ਪਿੰਡ ਨੇ ਸਾਨੂੰ ਸੱਦਿਆ ਸੀ ਕੱਲ ਜੀ। ਉਹਨਾਂ ਵਿੱਚੋਂ ਸਾਡੇ ਬਾਬਾ ਜੀ ਗੁਰਦਾਸ ਸਿੰਘ ਜੀ ਨੇ ਉਹਨਾਂ ਨੇ ਫਾਰਮ ਭਰਿਆ ਸੀ ਆਪਦਾ, ਉਹਨਾਂ ਨੇ ਆਪਦਾ ਫਾਰਮ ਭਰਿਆ ਹੋਇਆ ਹੈ, ਲੇਕਿਨ ਉਹਨਾਂ ਨੇ ਕੱਲ ਆਪਦਾ ਪੂਰਾ ਪਿੰਡ ਸੱਦ ਕੇ ਪੂਰੇ ਝੜਕੀ ਪਿੰਡ ਦੇ ਜਿੰਨੇ ਵੀ ਕਿਸਾਨ ਭਰਾ ਵੋਟਰ ਹੈ ਉਹਨਾਂ ਦੀ ਲਮਸਮ 110-12 ਵੋਟ ਹੈ ਜੀ। ਉਹਨਾਂ ਨੇ ਸਾਨੂੰ ਸੱਦ ਕੇ ਸਮਰਥਨ ਦੇਤਾ ਜੀ ਵੀ ਸਾਡਾ ਜਿਹੜਾ ਅਧਿਅਕਸ਼ ਹੈ ਉਹ ਨਾਰ ਸਿੰਘ ਨੰਬਰਦਾਰੀ ਹੈ ਤੇ ਅਸੀਂ ਇਹਨੂੰ ਹੀ ਬਣਾਵਾਂਗੇ। ਹੁਣ ਸਾਡੇ ਅੱਗੇ ਜਿਹੜੇ ਫਾਰਮ ਰਹਿ ਗਏ ਉਹ 2 ਫਾਰਮ ਰਹਿ ਗਏ ਜੀ। ਉਹ ਸ਼ਿਵਰਾਜ ਸਿੰਘ ਹੈ ਇੱਕ ਆਪਣੇ ਗੁਰਪ੍ਰੀਤ ਸਿੰਘ ਦਾ ਫਾਰਮ ਰਹਿ ਗਿਆ। ਠੀਕ ਹੈ। ਇਸ ਤੋਂ ਇਲਾਵਾ ਸਾਡੇ ਨਾਲ BK 125 ਤੋਂ ਜੁੜ ਚੁੱਕੇ ਹੈ ਦਵਿੰਦਰ ਸਿੰਘ ਜੀ ਢਿੱਲੋਂ। ਅੱਜ ਅਸੀਂ ਉਹਨਾਂ ਤੋਂ ਜਾਣਾਂਗੇ ਇਸ ਸੰਗਮ ਦੇ ਬਾਰੇ। ਸਭ ਤੋਂ ਪਹਿਲਾਂ ਤਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਵਿੰਦਰ ਢਿੱਲੋਂ, ਭਾਗਸਰ ਸਿੰਘ। ਹਾਂਜੀ ਸਰ, ਤੁਹਾਡੇ ਹੁਣ ਚੁਣਾਵ ਹੋਈ ਜਾਂਦੇ ਆ, ਤੁਹਾਡੇ ਇੱਥੇ 3 ਕੈਂਡੀਡੇਟ ਹੈ ਤੇ ਤੁਸੀਂ ਆਪਦਾ ਜਿਹੜਾ ਹੁਣ ਮਤ ਪ੍ਰਯੋਗ ਕਿੱਧਰ ਕਰਨਾ ਚਾਹੋਗੇ? ਸਾਡਾ ਇਹ ਪੂਰੇ ਮਤਲਬ ਲਗਭਗ ਪਿੰਡ ਦਾ ਇਹਨਾਂ ਨਾਲ ਹਰਕਰਨ ਸਿੰਘ ਦੇ ਪਰਿਵਾਰ ਨਾਲ ਤੇ ਤਾਇਆ ਜੀ ਨੂੰ ਸਮਰਥਨ ਹੈ ਸਾਡਾ, ਕਿਉਂਕਿ ਇਹਨਾਂ ਦਾ ਪਰਿਵਾਰ ਤੇ ਤਾਇਆ ਜੀ ਦਾ ਨੇਚਰ ਬਹੁਤ ਹੀ ਮਤਲਬ ਸ਼ੁਰੂ ਤੋਂ ਨਹਿਰ ਨੂੰ ਲੈ ਕੇ ਬਹੁਤ ਹੀ ਜ਼ਿੰਮੇਵਾਰ ਰਹੇ ਆ। ਇਹਨਾਂ ਨੇ ਆਪਦਾ ਮਤਲਬ ਜਿੰਨਾ ਵੀ ਸਹਿਯੋਗ ਹੈ ਸਭ ਤੋਂ ਵੱਧ ਦਿੱਤਾ ਹੈ। ਤੇ ਇਹ ਮਤਲਬ ਜਿਵੇਂ ਕੋਈ ਖਾਲ ਬਣਾਉਣਾ ਹੈ ਉਦੋਂ ਵੀ ਮਤਲਬ ਆਪਦਾ ਟਰੈਕਟਰ ਵਗੈਰਾ ਜ਼ਿਮੀਂਦਾਰਾਂ ਨੂੰ ਲੈ ਕੇ ਜਾਣੇ, ਅਲੌਸਮੈਂਟ ਕਰਾਉਣਾ, ਤਾਂ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਖਾਲ ਤੇ ਲਿਜਾ ਕੇ ਖਾਲ ਨੂੰ ਸਵਾਰਨਾ, ਜੇ ਕੋਈ ਰਹਿੰਦਾ ਤਾਂ ਇਹ ਆਪ ਕਰਦੇ ਆ। ਠੀਕ ਹੈ ਜੀ। ਤੇ ਮਤਲਬ ਜਿਹੜੀਆਂ ਵੀ ਕੋਈ ਸਮੱਸਿਆਵਾਂ ਹੁੰਦੀਆਂ ਨਹਿਰ ਤੇ ਪਾਣੀ ਨੂੰ ਲੈ ਕੇ, ਉਹਨੂੰ ਲੈ ਕੇ ਇਹ ਸਭ ਤੋਂ ਅੱਗੇ ਰਹਿੰਦੇ ਆ। ਇਸ ਕਰਕੇ ਲਗਭਗ ਪਿੰਡ ਦਾ ਇਹਨਾਂ ਨਾਲ ਸਹਿਯੋਗ ਹੈ। ਮੈਂ ਬਲਜੀਤ ਸਿੰਘ ਸੇਖੋਂ, ਪਿੰਡ ਬਾਗਸਰ। ਤੁਹਾਡੇ ਜੀ ਹੁਣ ਮੋਗੇ ਵਾਲੇ ਚੁਣਾਵ ਹੋਈ ਜਾਂਦੇ ਤੇ ਇਹਦੇ ਵਿੱਚ 3 ਕੈਂਡੀਡੇਟ ਹੈ ਤੁਹਾਡੇ ਹੁਣ ਮੌਜੂਦਾ, ਤੇ ਤੁਸੀਂ ਆਪਦਾ ਸਮਰਥਨ ਕਿਹਨੂੰ ਦੇਣਾ ਚਾਹੋਗੇ? ਦੇਖੋ ਜੀ, ਅਸੀਂ ਤਾਂ ਇਹ ਸੋਚਦੇ ਸਾਰੇ ਪਿੰਡ ਨੂੰ ਇਹ ਅਪੀਲ ਕਰਦੇ ਹਾਂ, ਭਾਗਸਰ ਦਲੀਆਂਵਾਲੇ ਝੜਕੀ ਨੂੰ, ਕਿ ਚੰਗਾ ਬੰਦਾ ਚੁਣੋ
ਜਿਹੜਾ ਕੰਮ ਕਰਨ ਵਾਲਾ ਹੋਵੇ। ਆਪਾਂ ਖੇਤੀ ਨਾਲ ਆਪਣੇ ਧੰਦੇ ਨਾਲ ਜੁੜਿਆ ਇਹ ਧੰਦਾ ਹੈ। ਗੌਰਮੈਂਟ ਨੇ ਆਪਾਂ ਨੂੰ ਇੱਕ ਵਧੀਆ ਦਿੱਤਾ ਵੀ ਆਪਣਾ ਬੰਦਾ ਹੋਵੇ ਜਿਹੜੇ ਖਾਲਿਆਂ ਦੇ ਨਹਿਰਾਂ ਦੇ ਮੋਗਿਆਂ ਦੇ ਆਪਣਾ ਧਿਆਨ ਦੇਵੇ, ਚੰਗਾ ਵੋਟ ਹੋਵੇ। ਦੇਖੋ ਸਾਡੇ ਪਿੰਡ ਦਾ ਤੇ ਇਹੀ ਹੈ, ਸੁਖਮੰਦਰ ਸਿੰਘ ਉਰਫ ਨਾਹਰ ਸਿੰਘ ਨੂੰ ਸਾਡਾ ਪਿੰਡ ਦਾ ਪੂਰਾ ਸਮਰਥਨ ਹੈ ਜੀ। ਠੀਕ ਹੈ ਜੀ। ਵੱਧ ਤੋਂ ਵੱਧ ਵੋਟਾਂ ਨੂੰ ਅਸੀਂ ਇਹਨਾਂ ਨੂੰ ਜਿਤਾਵਾਂਗੇ। ਠੀਕ ਹੈ ਜੀ। ਤੇ ਐਸਾ ਕੀ ਕਰਨਾ ਵੀ ਜਿਹੜੇ ਤੁਸੀਂ ਇਹਨਾਂ ਨੂੰ ਸਮਰਥਨ ਦੇਣਾ? ਵੀ ਕੈਂਡੀਡੇਟ ਤਾਂ ਹੋਰ 3 ਖੜੇ ਆ ਤੇ ਅਮੂਮਨ ਜੀ ਗੱਲ ਹੈ ਵੀ ਤੁਹਾਡੇ ਤਿੰਨੇ ਤੁਹਾਡੇ ਪਿੰਡ ਦੇ ਜੀ। ਤੇ ਤੁਸੀਂ ਇਹਨਾਂ ਨਾਲ ਹੀ ਤੁਹਾਡਾ ਇੰਨਾ ਕਿਉਂ, ਕਾਰਨ ਕੀ ਹੈ ਇਸ ਚੀਜ਼ ਪਿੱਛੇ? ਕਾਰਨ ਬਾਈ ਜੀ ਹੈ, ਅੱਜ 40 ਸਾਲ ਪਹਿਲਾਂ ਮੈਂ ਦੇਖ ਰਿਹਾ ਇਹਨਾਂ ਨੂੰ, ਇਹ ਪਰਿਵਾਰ ਇਹ ਸੇਵ ਧੰਦੇ ਨਾਲ ਜੁੜਿਆ ਹੋਇਆ ਹੈ। ਖਾਲੇ ਦਾ ਕੋਈ ਵੀ ਕੰਮ ਹੁੰਦਾ, ਨੱਕੇ ਬਣਾਉਣੇ ਆ, ਖਾਲਾ ਸਵਾਰਨਾ ਹੈ, ਅਗਰ ਇੱਕ ਟਾਈਮ ਦੂਸਰਾ ਕਿਸਾਨ ਦਾ ਖਾਲਾ ਰਹਿ ਵੀ ਜਾਂਦਾ, ਇਹ ਬੰਦਾ ਆਪ ਦਾ ਮਜ਼ਦੂਰ ਲੈ ਕੇ ਆਪ ਨਾਲ ਜਾ ਕੇ ਖਾਲਾ ਸਵਾਰਦਾ। ਤੇ ਹੋਰ ਆਪਾਂ ਨੂੰ ਚਾਹੀਦਾ ਕੀ ਹੈ? ਦੇਖੋ ਕਿਸਾਨ ਨੂੰ ਖਾਲੇ ਵਧੀਆ ਮਿਲ ਜਾਣ, ਨੱਕਾ ਵਧੀਆ ਮਿਲ ਜੇ, ਪਿੱਛੋਂ ਨਹਿਰ ਦੀ ਕੋਈ ਧਿਆਨ ਰੱਖਣ ਵਾਲਾ ਬੰਦਾ ਮਿਲ ਜੇ, ਇਹੀ ਚੀਜ਼ਾਂ ਕਿਸਾਨਾਂ ਨੂੰ ਚਾਹੀਦੀਆਂ ਜੀ। ਇਹ ਕਲਾ ਇਹਨਾਂ ਦੇ ਵਿੱਚ ਹੈਗੀ ਹੈ, ਪਿਛਲੇ 40 ਸਾਲ ਤੋਂ ਇਸ ਧੰਦੇ ਨਾਲ ਜੁੜੇ ਹੋਏ ਆ। ਠੀਕ ਹੈ ਜੀ। ਅਸੀਂ ਇਹੀ ਕਹਿੰਦੇ ਆ ਵੀ ਇਹ ਅਪੀਲ ਹੈ ਵੀ ਚੰਗਾ ਬੰਦਾ ਹੈ, ਕੰਮ ਕਰਨ ਯੋਗ ਆ, ਇਹਨੂੰ ਮੌਕਾ ਦਿਓ। ਹਾਂਜੀ। ਤੇ ਬਰਾੜ ਸਾਹਿਬ ਤੁਹਾਡੇ ਚੁਣਾਵ ਹੋਈ ਜਾਂਦੇ ਹੁਣ, ਚੁਣਾਵ 'ਚ ਤੁਹਾਡੇ 3 ਕੈਂਡੀਡੇਟ ਹੈ ਤੇ ਤੁਸੀਂ ਹੁਣ ਕਿਹਨੂੰ ਆਪਦਾ ਸਮਰਥਨ ਦੇਣਾ ਚਾਹੋਗੇ? ਤੁਹਾਡਾ ਬਾਰੇ ਤੁਹਾਡਾ ਕੌਣ ਹੋਣਾ ਚਾਹੀਦਾ ਹੱਕਦਾਰ? ਸੁਖਮੰਦਰ ਸਿੰਘ ਨੂੰ ਦੇਣਾ ਚਾਹੁੰਦੇ ਹਾਂ। ਕੀ ਕਾਰਨ ਹੈ ਜੀ ਇਹਦਾ? ਤੁਸੀਂ ਕਿਉਂ? ਇਹਦਾ ਕਾਰਨ ਇਹ ਹੈ ਜੀ, ਜਦੋਂ ਦੀ ਨਹਿਰ ਬਣੀ ਹੈ ਹਾਂ ਹਾਂ 39 ਸਾਲ ਹੋ ਗਏ। ਹਾਂਜੀ ਹਾਂਜੀ। ਪਹਿਲਾਂ ਮੇਰਾ ਪਿਤਾ ਜੀ ਕਰਦਾ ਸੀ ਇਹ ਕੰਮ, ਠੀਕ ਹੈ ਜੀ। ਉਦੋਂ ਬਾਅਦ ਇਹ ਕਰਨਾ ਪਿਆ। ਠੀਕ ਹੈ ਜੀ। ਜੇ ਪਾਣੀ ਜਦੋਂ ਆਉਂਦਾ ਹੈ ਰਾਤ ਨੂੰ ਉੱਥੇ ਜਾਂਦਾ ਹੈ, ਹਾਂ ਹਾਂ। ਮੇਰਾ ਪਾਣੀ ਲੇਟ ਕਿਉਂ ਆਇਆ? ਠੀਕ ਹੈ ਜੀ। ਕੀ ਕਾਰਨ ਹੈ? ਕੋਈ ਫਲੂਨ ਤਾਂ ਨਹੀਂ ਬੰਦ ਕਰਤੀ ਕਿਸੇ ਨੇ? ਹਾਂ ਹਾਂ। ਹੈ ਭਾਵੇਂ ਬਾੜੀ ਹੋਵੇ ਦੀ ਤੇ ਨਾ ਹੋਵੇ, ਅੱਛਾ, ਭਲਾ ਦੀ ਆਪਦੀ ਵਾਰੀ ਹੋਵੇ, ਭਲਾ ਦੀ ਨਾ ਹੋਵੇ। ਇਹਨੇ ਜਾਣਾ ਜ਼ਰੂਰ ਹੈ। ਠੀਕ ਹੈ ਜੀ। ਹੈ ਅਸੀਂ ਇਸ ਕਰਕੇ ਇਹਨੂੰ ਬਣਾਉਣਾ ਚਾਹੁੰਦੇ ਹਾਂ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਹੁਣ ਦੇਖੋ ਜੀ ਲੰਬੜਦਾਰ ਜੀ, ਤੁਹਾਨੂੰ ਕਾਫੀ ਦਿਨ ਹੋ ਗਏ ਚੁਣਾਵ ਪ੍ਰਚਾਰ ਕਰਦੇ ਨੂੰ, ਤੁਹਾਡੇ ਚੁਣਾਵ ਨਿਸ਼ਾਨ ਵੀ ਨਜ਼ਦੀਕ ਆ ਗਏ, ਚੁਣਾਵ ਨਿਸ਼ਾਨ ਵੀ ਆ ਗਏ ਤੁਹਾਡੇ। ਤੁਹਾਡਾ ਹੁਣ ਬੇਨਤੀ ਕੀ ਕਰਨਾ ਚਾਹੁੰਦੇ ਹੋ ਤੁਸੀਂ ਆਪਦੇ ਵੋਟਰਾਂ ਕੋਲ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਜਾਗਰੂਕ ਕਿਸਾਨਾਂ ਨੂੰ ਬੇਨਤੀ ਹੈ, ਮੇਰੀ ਵਿਨਰ ਬੇਨਤੀ ਹੈ ਕਿ ਮੈਂ ਜਿਹੜਾ ਚੁਣਾਵ ਲੜ ਰਿਹਾ 13, 14, 15 3 ਚੱਕਾਂ ਤੋਂ, ਉਹ ਸਾਰੇ ਦੇ ਸਾਰੇ ਕਿਸਾਨ ਮੇਰੀ ਮਿਹਨਤ ਨੂੰ ਸਫਲ ਬਣਾਉਣ, ਮੈਨੂੰ ਇਲੈਕਸ਼ਨ ਦਾ ਅਹੁਦਾ ਦੇਣਗੇ ਤਾਂ ਉਸ ਦੇ ਵਿੱਚ ਮੈਂ ਪੂਰਾ ਸਾਰਿਆਂ ਦੀ ਮਿਹਨਤ ਕਰਕੇ ਜਿਹੜਾ ਕੋਈ ਵੀ ਮੇਰਾ ਕੰਮ ਹੋਊਗਾ ਕਿਸਾਨਾਂ ਦੀ ਸੇਵਾ ਕਰੂੰਗਾ। ਇਹ ਸੇਵਾ ਕਰਕੇ ਮੈਨੂੰ ਵੱਧ ਤੋਂ ਵੱਧ ਸਾਰੇ ਮੇਰੇ ਭਰਾ ਤਿੰਨੇ ਚੱਕਾਂ ਵਾਲੇ ਮੈਨੂੰ ਵੱਧ ਵੋਟ ਪਾ ਕੇ ਮੈਨੂੰ ਕਾਮਯਾਬ ਕਰਨਗੇ ਤੇ ਮੈਂ ਸਭ ਦੀ ਸੇਵਾ ਕਰੂੰਗਾ। ਤੁਹਾਡਾ ਚੁਣਾਵ ਨਿਸ਼ਾਨ ਕੀ ਹੈ ਜੀ? ਮੇਰਾ ਚੁਣਾਵ ਨਿਸ਼ਾਨ ਜਿਹੜਾ ਹੈ ਉਹ ਟੈਲੀਵਿਜ਼ਨ ਹੈ। ਟੈਲੀਵਿਜ਼ਨ ਤੇ ਮੋਹਰ ਲਾ ਕੇ ਮੈਨੂੰ ਕਿੰਨੇ ਤਰੀਕ ਨੂੰ ਚੁਣਾਵ ਹੈ ਤੁਹਾਡੇ? ਮੇਰੇ ਚੁਣਾਵ 10 ਤਰੀਕ ਦਾ ਹੈ। ਕਿਹੜੀ ਜਗ੍ਹਾ ਹੈ ਤੁਹਾਡੇ ਚੁਣਾਵ? ਸਾਡੇ ਤੇ ਪੰਚਾਇਤ ਘਰ 'ਚ ਚੁਣਾਵ ਹੋਊਗਾ, ਭਾਗਸਰ ਦੇ ਵਿੱਚ। ਭਾਗਸਰ ਦੇ ਵਿੱਚ ਪੰਚਾਇਤ ਘਰ 'ਚ ਚੁਣਾਵ। ਠੀਕ ਹੈ ਜੀ। ਇਹ ਨੇ ਜੀ ਸਾਡੇ ਜਲ ਉਪਯੁਕਤਾ ਸੰਗਮ BK 125 ਤੋਂ ਅਧਿਕਸ਼ ਪਦ ਦੇ ਉਮੀਦਵਾਰ ਸੁਖਵੰਦਰ ਸਿੰਘ ਨੰਬਰਦਾਰ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹਨਾਂ ਦਾ ਪਰਿਵਾਰ ਪਿਛਲੇ 40 ਸਾਲਾਂ ਤੋਂ ਨਹਿਰਾਂ ਵਾਸਤੇ, ਕਿਸਾਨੀ ਵਾਸਤੇ, ਮੋਗਿਆਂ ਵਾਸਤੇ, ਜੋ ਵੀ ਕਿਸਾਨੀ ਸੰਘਰਸ਼ ਹੁੰਦਾ ਉਹਦੇ ਵਾਸਤੇ ਐਕਟਿਵ ਰਿਹਾ, ਸੰਘਰਸ਼ਸ਼ੀਲ ਰਿਹਾ। ਚੁਣਾਵ ਹੋਣਾ ਇਹ ਹੈ, ਇਹ ਤਾਂ 5 ਸਾਲਾਂ ਦੇ ਚੁਣਾਵ ਹੋਣ ਲੱਗੇ ਆ। ਪਹਿਲਾਂ ਚੁਣਾਵ ਨਹੀਂ ਹੁੰਦੇ ਸੀ, ਸੂਏ ਕੱਚੇ ਹੁੰਦੇ ਸੀ, ਨਹਿਰਾਂ ਤੇ ਪਾਣੀ ਆਉਂਦਾ ਨਹੀਂ ਸੀ ਤੇ ਮੁੱਢ ਤੋਂ ਲੈ ਕੇ ਟੇਲ ਤਾਈਂ ਇਹਨਾਂ ਨੇ ਪੂਰੇ ਗੇੜੇ ਮਾਰੇ ਆ, ਪੂਰਾ ਸੰਘਰਸ਼ ਕਰਿਆ। 40 ਸਾਲ ਆਪਦੀ ਸੰਘਰਸ਼ੀ ਨੂੰ ਹੀ ਦਿੱਤੇ ਆ ਤੇ ਗਾਹ ਵੀ ਦਿੰਦੇ ਰਹਿਣਗੇ। ਇਹਦੇ ਲਈ ਉਹਨਾਂ ਨੂੰ ਤੁਹਾਡੇ ਸਮਰਥਨ ਦੀ, ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਠੀਕ ਹੈ ਜੀ। MW ਨਿਊਜ਼ ਸਮੇਂ ਦੇਣ ਵਾਸਤੇ ਥੈਂਕ ਯੂ।